ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਚਨਾ ਸੇਵਕ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ। ਸਾਲ 2024 ਵਿੱਚ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਡੋਨਾਲਡ ਟਰੰਪ ਨੇ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਨੂੰ ਪਿੱਛੇ ਛੱਡ ਦਿੱਤਾ ਹੈ। ਅਸਲ 'ਚ ਰਾਸ਼ਟਰੀ ਸਰਵੇਖਣ 'ਚ ਡੋਨਾਲਡ ਟਰੰਪ 47% ਲੋਕਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ ਨੇ, ਜਦੋਂ ਕਿ 43% ਲੋਕਾਂ ਨੇ ਜੋ ਬਾਈਡਨ ਨੂੰ ਆਪਣੀ ਪਸੰਦ ਦੱਸਿਆ। ਇਸ ਤਰ੍ਹਾਂ ਟਰੰਪ ਨੇ ਬਾਈਡਨ ਤੇ 4% ਦੀ ਲੀਡ ਲੈ ਲਈ ਹੈ। ਸਰਵੇਖਣ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ਬਾਈਡਨ ਤੇ ਬੜਤ ਹਾਸਲ ਕਰ ਲਈ ਹੈ। ਦਰਅਸਲ ਵਾਲ ਸਟਰੀਟ ਜਰਨਲ ਨੇ ਇਹ ਸਰਵੇ ਕੀਤਾ ਹੈ। ਸਰਵੇਖਣ ਵਿੱਚ ਧਿਆਨ ਦੇਣ ਯੋਗ ਇੱਕ ਹੋਰ ਗੱਲ ਹੈ ਕਿ ਬਾਈਡਨ ਦੀ ਪ੍ਰਵਾਨਗੀ ਰੇਟਿੰਗ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਗਈ ਹੈ। ਅਜਿਹਾ ਜਾਪਦਾ ਹੈ ਕਿ ਅਗਲੇ ਕਾਰਜਕਾਲ ਲਈ ਉਮੀਦਵਾਰ ਬਣਨ ਦੀਆਂ ਬਾਈਡਨ ਦੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗ ਸਕਦਾ ਹੈ। ਇੱਥੋਂ ਤੱਕ ਕਿ ਡੈਮੋਕ੍ਰੈਟਿਕ ਪਾਰਟੀ ਵਿੱਚ ਬਾਈਡਨ ਨੂੰ ਦੂਜਾ ਕਾਰਜਕਾਲ ਦੇਣ ਨੂੰ ਲੈ ਕੇ ਮਤਭੇਦ ਉੱਭਰ ਰਹੇ ਨੇ। ਹਾਲਾਂਕਿ ਬਾਈਡਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਵੀ ਆਪਣੀ ਉਮੀਦਵਾਰੀ ਪੇਸ਼ ਕਰਨਗੇ। ਸਭ ਤੋਂ ਵੱਡੀ ਚਿੰਤਾ ਬਾਈਡਨ ਦੀ ਉਮਰ ਨੂੰ ਲੈ ਕੇ ਸਾਹਮਣੇ ਆਈ ਹੈ, ਕਿਉਂਕਿ ਜਦੋਂ ਅਗਲੇ ਸਾਲ ਚੋਣਾਂ ਹੋਣਗੀਆਂ ਤਾਂ ਬਾਈਡਨ ਦੀ ਉਮਰ 81 ਸਾਲ ਹੋਵੇਗੀ ਅਤੇ ਅਗਲੇ ਕਾਰਜਕਾਲ ਦੇ ਅੰਤ ਤੇ ਉਹ 86 ਸਾਲ ਦੇ ਹੋ ਜਾਣਗੇ। ਇਸ ਤੋਂ ਇਲਾਵਾ ਬਾਈਡਨ ਦੇ ਬੇਟੇ ਹੰਟਰ ਬਾਈਡਨ ਤੇ ਟੈਕਸ ਮਾਮਲਿਆਂ 'ਚ ਵੀ ਦੋਸ਼ ਲੱਗੇ ਨੇ। ਇਸ ਨਾਲ ਵੀ ਜੋ ਬਾਈਡਨ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਡੋਨਾਲਡ ਟਰੰਪ ਕਈ ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਨੇ, ਪਰ ਇਸ ਦੇ ਬਾਵਜੂਦ ਉਹਨਾਂ ਦੀ ਲੋਕਪ੍ਰਿਯਤਾ ਵੱਧ ਰਹੀ ਹੈ। ਡੋਨਾਲਡ ਟਰੰਪ ਆਪਣੀ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਤੋਂ ਕਾਫੀ ਅੱਗੇ ਨੇ। ਸ਼ਾਇਦ ਬਾਈਡਨ ਵੀ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ। ਇਸੇ ਲਈ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਵਿੱਚ ਇੱਕ ਫੰਡ ਰੇਜ਼ਿੰਗ ਸਮਾਗਮ ਵਿੱਚ ਬਾਈਡਨ ਨੇ ਟਰੰਪ ਤੇ ਸਿੱਧਾ ਹਮਲਾ ਕੀਤਾ ਅਤੇ ਟਰੰਪ ਸਮਰਥਕਾਂ ਵੱਲੋਂ ਯੂਐਸ ਕੈਪੀਟਲ ਤੇ ਹਮਲੇ ਨੂੰ ਨਿਸ਼ਾਨਾ ਬਣਾਇਆ। ਉਹਨਾਂ ਟਰੰਪ ਦੇ ਉਸ ਬਿਆਨ ਦੀ ਵੀ ਆਲੋਚਨਾ ਕੀਤੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਉਹ ਸਿਰਫ ਇੱਕ ਦਿਨ ਲਈ ਤਾਨਾਸ਼ਾਹ ਬਣ ਜਾਣਗੇ। ਅਮਰੀਕਾ ਦੇ ਮਿਸ਼ੀਗਨ ਵਿੱਚ ਪੜ੍ਹ ਰਹੀ ਮੈਡੀਕਲ ਵਿਦਿਆਰਥਣ ਰਿਜੂਲ ਮੈਨੀ ਨੂੰ ਨਿਊ ਜਰਸੀ ਵਿੱਚ ਹੋਏ ਸਾਲਾਨਾ ਮੁਕਾਬਲੇ ਵਿੱਚ ਮਿਸ ਇੰਡੀਆ USA 2023 ਦਾ ਤਾਜ ਪਹਿਨਾਇਆ ਗਿਆ। ਮੁਕਾਬਲੇ ਦੌਰਾਨ ਮੈਸੇਚੁਸੇਟਸ ਤੋਂ ਸਨੇਹਾ ਨੰਬਰਬਾਰ ਨੇ ਮਿਸਿਸ ਇੰਡੀਆ USA ਅਤੇ ਪੈਨਸਿਲਵੇਨੀਆ ਦੀ ਸਲੋਨੀ ਰਾਮ ਮੋਹਨ ਨੇ ਮਿਸ ਟੀਨ ਇੰਡੀਆ USA ਦਾ ਖਿਤਾਬ ਜਿੱਤਿਆ। ਪਿਛਲੇ ਲੰਬੇ ਸਮੇਂ ਤੋਂ ਭਾਰਤ ਤੋਂ ਬਾਹਰ ਚੱਲ ਰਿਹਾ ਭਾਰਤੀ ਮੁਕਾਬਲਾ ਇਸ ਸਾਲ ਆਪਣੀ 41ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਦੀ ਸ਼ੁਰੂਆਤ ਨਿਊਯਾਰਕ ਸਥਿਤ ਭਾਰਤੀ ਅਮਰੀਕੀ ਧਰਮਾਤਮਾ ਸਰਨ ਅਤੇ ਨੀਲਮ ਸਰਨ ਦੁਆਰਾ ਵਿਸ਼ਵ ਪੱਧਰੀ ਪੇਜੈਂਟਸ ਦੇ ਬੈਨਰ ਹੇਠ ਕੀਤੀ ਗਈ ਸੀ। 24 ਸਾਲਾ ਭਾਰਤੀ ਅਮਰੀਕੀ ਮੈਨੀ ਇੱਕ ਮੈਡੀਕਲ ਵਿਦਿਆਰਥਣ ਅਤੇ ਮਾਡਲ ਹੈ। ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਹ ਇੱਕ ਸਰਜਨ ਬਣਨਾ ਚਾਹੁੰਦੀ ਹੈ ਅਤੇ ਹਰ ਜਗ੍ਹਾ ਔਰਤਾਂ ਲਈ ਇੱਕ ਰੋਲ ਮਾਡਲ ਵਜੋਂ ਸੇਵਾ ਕਰਨ ਦੀ ਇੱਛਾ ਰੱਖਦੀ ਹੈ। ਇਸ ਮੁਕਾਬਲੇ ਵਿੱਚ ਵਰਜੀਨੀਆ ਦੀ ਗ੍ਰਿਸ਼ਮਾ ਭੱਟ ਨੂੰ ਪਹਿਲੀ ਰਨਰ ਅਪ ਅਤੇ ਉੱਤਰੀ ਕੈਰੋਲੀਨਾ ਦੀ ਇਸ਼ਿਤਾ ਪਾਈ ਰਾਇਕਰ ਨੂੰ ਸੈਕਿੰਡ ਰਨਰ ਅਪ ਐਲਾਨਿਆ ਗਿਆ। ਪ੍ਰਬੰਧਕਾਂ ਅਨੁਸਾਰ 25 ਤੋਂ ਵੱਧ ਰਾਜਾਂ ਦੇ 57 ਪ੍ਰਤੀਯੋਗੀਆਂ ਨੇ 3 ਵੱਖ-ਵੱਖ ਮੁਕਾਬਲਿਆਂ ਮਿਸ ਇੰਡੀਆ USA, ਮਿਸਿਸ ਇੰਡੀਆ USA ਅਤੇ ਮਿਸ ਟੀਨ ਇੰਡੀਆ USA ਵਿੱਚ ਭਾਗ ਲਿਆ। ਤਿੰਨੋਂ ਸ਼੍ਰੇਣੀਆਂ ਦੇ ਪ੍ਰਤੀਯੋਗੀਆਂ ਨੂੰ ਉਸੇ ਗਰੁੱਪ ਦੁਆਰਾ ਆਯੋਜਿਤ ਮਿਸਿਸ ਟੀਨ ਇੰਡੀਆ ਵਰਲਡ ਵਾਈਡ ਵਿੱਚ ਭਾਗ ਲੈਣ ਲਈ ਮੁਫਤ ਹਵਾਈ ਟਿਕਟਾਂ ਪ੍ਰਾਪਤ ਹੋਣਗੀਆਂ। ਵਰਲਡ ਵਾਈਡ ਪੇਜੈਂਟਸ ਦੇ ਸੰਸਥਾਪਕ ਅਤੇ ਚੇਅਰਮੈਨ ਧਰਮਾਤਮਾ ਸਰਨ ਨੇ ਕਿਹਾ, ਮੈਂ ਪਿਛਲੇ ਸਾਲਾਂ ਦੌਰਾਨ ਦੁਨੀਆ ਭਰ ਦੇ ਭਾਰਤੀ ਭਾਈਚਾਰੇ ਦਾ ਉਹਨਾਂ ਦੇ ਸਮਰਥਨ ਲਈ ਬਹੁਤ ਧੰਨਵਾਦੀ ਹਾਂ। ਬੀਤੇ ਦਿਨ ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਨਿਊਯਾਰਕ, ਨਿਊ ਜਰਸੀ, ਕੈਨੇਟੀਕਟ ਰਾਜ ਦੇ ਗੁਜਰਾਤੀ ਮੂਲ ਦੇ ਲੋਕਾਂ, ਹੋਰ ਕਈ ਭਾਈਚਾਰਕ ਸੰਸਥਾਵਾਂ ਅਤੇ ਭਾਰਤ ਦੇ ਕੌਂਸੂਲੇਟ ਜਨਰਲ ਨਿਊਯਾਰਕ ਦੇ ਸਹਿਯੋਗ ਨਾਲ ਕ੍ਰਾਸ ਰੋਡਸ ਆਫ ਵਿਖੇ ਇੱਕ ਯਾਦਗਾਰੀ ਗਰਬਾ ਸਮਾਰੋਹ ਦਾ ਆਯੋਜਨ ਕੀਤਾ ਗਿਆ। ਨਿਊਯਾਰਕ ਵਿੱਚ ਸਥਿਤ ਵਿਸ਼ਵ ਟਾਈਮਜ਼ ਸਕੁਆਇਰ ਦੁਨੀਆ ਵਿੱਚ ਕਾਫੀ ਮਸ਼ਹੂਰ ਹੈ। ਗਰਬੇ ਦਾ ਇਹ ਜਸ਼ਨ ਗਰਬਾ ਨੂੰ ਯੂਨੈਸਕੋ ਦੁਆਰਾ ਇੱਕ ਅਟੁੱਟ ਸੱਭਿਆਚਾਰਕ ਵਿਰਾਸਤ ਵਜੋਂ ਸ਼ਾਮਿਲ ਕੀਤਾ ਗਿਆ ਸੀ। ਗਰਬਾ ਗਰੁੱਪ ਡਾਂਸ ਦੇ ਸਭ ਤੋਂ ਪੁਰਾਣੇ ਰੂਪਾਂ ਵਿੱਚੋਂ ਗੁਜਰਾਤ ਵਿੱਚ ਇੱਕ ਮੰਨਿਆ ਜਾਂਦਾ ਹੈ ਅਤੇ ਨਵਰਾਤਰੀ ਦੀਆਂ 9 ਰਾਤਾਂ ਵਿੱਚ ਫੈਲਿਆ ਸਭ ਤੋਂ ਲੰਬਾ ਨਾਚ ਤਿਉਹਾਰ। ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਸਮੇਤ ਭਾਰਤ ਦੇ ਹੋਰ ਪ੍ਰਮੁੱਖ ਰਾਜਾਂ ਵਿੱਚ ਇੱਕ ਬਹੁਤ ਹੀ ਪ੍ਰਸਿੱਧ ਸਮੂਹ ਲੋਕਾਂ ਦਾ ਇੱਕ ਨਾਚ ਰੂਪ ਹੈ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ ਨੇ ਟਾਈਮ ਸਕੁਆਇਰ ਵਿਖੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਸਮੁੱਚੇ ਭਾਈਚਾਰੇ ਨੂੰ ਖੁੱਲ੍ਹਾ ਸੱਦਾ ਦਿੱਤਾ ਸੀ, ਜਿਸ ਨੂੰ ਭਾਰਤ ਦੇ ਕੌਂਸੂਲੇਟ ਜਨਰਲ ਨਿਊਯਾਰਕ ਦੁਆਰਾ ਸਮਰਥਨ ਦਿੱਤਾ ਗਿਆ ਸੀ। ਸਾਰੇ ਪ੍ਰਦਰਸ਼ਨ ਕਰਨ ਵਾਲੇ ਹਾਜ਼ਰੀਨ ਲਈ ਮੁਫਤ ਆਵਾਜਾਈ, ਮੁਫਤ ਰਿਫਰੈਸ਼ਮੈਂਟ ਅਤੇ ਭਾਗੀਦਾਰੀ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇੱਥੇ ਹਾਜ਼ਰੀਨ ਭਾਰਤੀ ਲੋਕਾਂ ਦੇ ਪਹਿਰਾਵੇ ਦੇ ਚਮਕਦਾਰ ਰੰਗਾਂ ਨੇ ਜੋਸ਼ ਦੇ ਮਾਹੌਲ ਨੂੰ ਹੋਰ ਰੰਗੀਨ ਬਣਾ ਦਿੱਤਾ ਸੀ। ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦਾ ਇੱਕ ਗੁਜਰਾਤੀ ਪਰਿਵਾਰ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਹੈ।
ਦਰਅਸਲ ਗੋਪੀ ਸੇਠ ਅਤੇ ਉਸ ਦੀ ਪਤਨੀ ਰਿੰਕੂ ਸੇਠ ਨੇ ਐਡੀਸਨ ਨਿਊ ਜਰਸੀ ਵਿੱਚ ਆਪਣੇ ਨਵੇਂ ਨਿਵਾਸ ਸਥਾਨ ਤੇ ਸੀਨੀਅਰ ਅਦਾਕਾਰ ਅਮਿਤਾਭ ਬੱਚਨ ਦੀ ਇੱਕ ਲਾਈਫ ਸਾਈਜ਼ ਮੂਰਤੀ ਸਥਾਪਿਤ ਕੀਤੀ। ਅਦਾਕਾਰ ਦੀ ਇਹ ਮੂਰਤੀ 80 ਸਾਲਾ ਅਭਿਨੇਤਾ ਦੁਆਰਾ ਨਿਭਾਈ ਗਈ ਕੌਣ ਬਣੇਗਾ ਕਰੋੜਪਤੀ ਮੇਜ਼ਬਾਨ ਤੇ ਬਣੀ ਹੈ। ਸ਼ੀਸ਼ੇ ਦੇ ਬਕਸੇ ਵਿੱਚ ਬੰਦ ਮੂਰਤੀ ਕੁਰਸੀ ਤੇ ਬੈਠੀ ਹੈ ਅਤੇ ਕਾਲੇ ਰੰਗ ਵਿੱਚ ਇੱਕ ਭਾਰਤੀ ਨਸਲੀ ਪਹਿਰਾਵਾ ਪਹਿਨੇ ਹੋਏ ਹੈ। ਭਾਰਤੀ ਅਮਰੀਕੀ ਗੋਪੀ ਸੇਠ ਨੇ ਲੰਘੇ ਅਗਸਤ ਵਿੱਚ ਇੱਕ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਅਤੇ ਇਸ ਵਿੱਚ ਸਥਾਨਕ ਭਾਰਤੀ ਭਾਈਚਾਰੇ ਦੇ 600 ਤੋਂ ਵੱਧ ਲੋਕਾਂ ਨੇ ਭਾਗ ਲਿਆ ਸੀ। ਐਡੀਸਨ ਦੇ ਸੇਠ ਦੇ ਨਿਵਾਸ ਤੇ ਬੱਚਨ ਦੀ ਇਹ ਮੂਰਤੀ ਰਾਜਸਥਾਨ ਵਿੱਚ ਬਣਾਈ ਗਈ ਸੀ। ਗੋਪੀ ਸੇਠ ਪੇਸ਼ੇ ਤੋਂ ਇੱਕ ਇੰਟਰਨੈਟ ਸੁਰੱਖਿਆ ਇੰਜੀਨੀਅਰ ਨੇ। ਉਹਨਾਂ ਨੇ ਮੂਰਤੀ ਅਤੇ ਭਾਰਤ ਤੋਂ ਇਸ ਦੀ ਸ਼ਿਪਿੰਗ ਤੇ 75,000 ਅਮਰੀਕੀ ਡਾਲਰ ਖਰਚ ਕੀਤੇ ਨੇ। ਗੋਪੀ ਸੇਠ ਅਤੇ ਉਹਨਾਂ ਦੀ ਪਤਨੀ ਨੇ ਕਿਹਾ ਕਿ ਬਾਲੀਵੁੱਡ ਦੇ ਸ਼ਹਿਨशाह ਉਹਨਾਂ ਲਈ ਕਿਸੇ ਦੇਵਤਾ ਤੋਂ ਘੱਟ ਨਹੀਂ ਨੇ। ਅਸੀਂ ਭਾਰਤ ਵਿੱਚ ਉਹਨਾਂ ਦੀਆਂ ਫਿਲਮਾਂ ਦੇਖ ਕੇ ਵੱਡੇ ਹੋਏ ਹਾਂ। ਉਹ ਕੇਵਲ ਇੱਕ ਬਹੁਮੁਖੀ ਅਦਾਕਾਰ ਹੀ ਨਹੀਂ ਸਗੋਂ ਇੱਕ ਮਹਾਨ ਪਰਉਪਕਾਰੀ ਵੀ ਨੇ। ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਰੱਖਦੇ ਨੇ। ਉਹਨਾਂ ਬਾਰੇ ਸਭ ਕੁਝ, ਉਹਨਾਂ ਦਾ ਔਨ ਸਕਰੀਨ ਕਰਿਸ਼ਮਾ, ਉਹਨਾਂ ਦੀ ਅਸਲ ਜੀਵਨ ਸ਼ਖਸੀਅਤ, ਉਹਨਾਂ ਦਾ ਬੈਰੀਟੋਨ, ਜਿਸ ਤਰ੍ਹਾਂ ਉਹ ਸੰਚਾਰ ਕਰਦਾ ਹੈ, ਪ੍ਰਸ਼ੰਸਾਯੋਗ ਹੈ। ਅਮਿਤਾਭ ਬੱਚਨ ਨੇ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਨੂੰ ਜੀਵਨ ਵਿੱਚ ਵੱਡਾ ਬਣਾਉਣ ਲਈ ਪ੍ਰੇਰਿਤ ਕੀਤਾ ਹੈ। ਉਹ ਅਮਰ ਹੋਣ ਦੇ ਹੱਕਦਾਰ ਨੇ। ਮੈਂ ਉਹਨਾਂ ਨੂੰ ਇੱਕ ਬੁੱਤ ਸਮਰਪਿਤ ਕਰਨ ਤੋਂ ਇਲਾਵਾ ਹੋਰ ਸ਼ਰਧਾਂਜਲੀਆਂ ਬਾਰੇ ਨਹੀਂ ਸੋਚ ਸਕਦਾ ਸੀ। ਗੋਪੀ ਸੇਠ ਨੇ ਕਿਹਾ ਉਹ 1990 ਵਿੱਚ ਗੁਜਰਾਤ ਤੋਂ ਅਮਰੀਕਾ ਪ੍ਰਵਾਸ ਕਰ ਗਏ ਸਨ। ਜਾਪਾਨ ਤੋਂ ਬਾਅਦ ਹੁਣ ਦੱਖਣੀ ਕੋਰੀਆ ਵਿੱਚ ਇੱਕ ਅਮਰੀਕੀ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਹ ਹਾਦਸਾ ਟ੍ਰੇਨਿੰਗ ਦੌਰਾਨ ਵਾਪਰਿਆ, ਪਰ ਖੁਸ਼ਕਿਸਮਤੀ ਨਾਲ ਜਹਾਜ਼ ਦਾ ਪਾਇਲਟ ਸੁਰੱਖਿਅਤ ਬਚ ਗਿਆ। ਇੱਕ ਅਮਰੀਕੀ ਜਹਾਜ਼ ਸੋਮਵਾਰ ਨੂੰ ਦੱਖਣੀ ਕੋਰੀਆ ਵਿੱਚ ਸਿਖਲਾਈ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ ਜਹਾਜ਼ ਦਾ ਪਾਇਲਟ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਏ ਅਮਰੀਕੀ ਜਹਾਜ਼ ਦੀ ਪਛਾਣ F-16 ਲੜਾਕੂ ਜਹਾਜ਼ ਵਜੋਂ ਹੋਈ ਹੈ। ਰਿਪੋਰਟਾਂ ਦੇ ਅਨੁਸਾਰ ਇਹ ਹਾਦਸਾ ਕਥਿਤ ਤੌਰ ਤੇ ਗਨਸਨ ਵਿੱਚ ਸੰਯੁਕਤ ਰਾਜ ਦੇ ਹਵਾਈ ਸੈਨਾ ਦੇ ਬੇਸ ਦੇ ਨੇੜੇ ਹੋਇਆ। ਏਜੰਸੀ ਨੇ ਪੀਲੇ ਸਾਗਰ ਦੇ ਪਾਣੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ਜੈਟ ਸਿਓਲ ਤੋਂ 178 ਕਿਲੋਮੀਟਰ ਦੱਖਣ ਵਿੱਚ ਗੁਨਸਾਨ ਵਿੱਚ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਬਾਅਦ ਪਾਣੀ ਵਿੱਚ ਜਹਾਜ਼ ਟਕਰਾ ਗਿਆ। ਪਾਇਲਟ ਹਾਦਸੇ ਤੋਂ ਤੁਰੰਤ ਬਾਅਦ ਜੈਟ ਤੋਂ ਬਾਹਰ ਨਿਕਲ ਗਿਆ ਅਤੇ ਉਸ ਨੂੰ ਬਚਾ ਲਿਆ ਗਿਆ। ਜ਼ਿਕਰ ਕਰ ਦਈਏ ਕਿ ਦੱਖਣੀ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਅਜੇ ਤੱਕ ਅਮਰੀਕੀ ਜਹਾਜ਼ ਦੇ ਕ੍ਰੈਸ਼ ਹੋਣ ਬਾਰੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਹੈ। ਦੱਖਣ ਵਿੱਚ ਤੈਨਾਤ ਅਮਰੀਕੀ ਸੈਨਿਕਾਂ ਦੀ ਨਿਗਰਾਨੀ ਕਰਨ ਵਾਲੇ ਸੰਯੁਕਤ ਰਾਜ ਬਲ ਕੋਰੀਆ ਨੇ ਵੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਈ 'ਚ ਇੱਕ ਅਮਰੀਕੀ F-16 ਜੈਟ ਸਿਓਲ ਦੇ ਦੱਖਣ 'ਚ ਇੱਕ ਖੇਤੀਬਾੜੀ ਖੇਤਰ 'ਚ ਰੂਟੀਨ ਸਿਖਲਾਈ ਅਭਿਆਸ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਦੌਰਾਨ ਵੀ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ ਸੀ ਅਤੇ ਉਸ ਦੀ ਜਾਨ ਬਚ ਗਈ ਸੀ। ਇੱਕ ਅਧਿਕਾਰਿਤ ਬਿਆਨ ਦੇ ਅਨੁਸਾਰ ਲੈਬਨਾਨ ਨੇ ਸੋਮਵਾਰ ਨੂੰ ਗਾਜ਼ਾ ਨਾਲ ਏਕਤਾ ਵਿੱਚ ਸਾਰੇ ਸਰਕਾਰੀ ਦਫ਼ਤਰਾਂ ਅਤੇ ਜਨਤਕ ਅਦਾਰਿਆਂ ਨੂੰ ਦੇਸ਼ ਭਰ ਵਿੱਚ ਬੰਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਗਾਜ਼ਾ ਲਈ ਵਿਸ਼ਵ ਵਿਆਪੀ ਸੱਦੇ ਦੇ ਜਵਾਬ ਵਿੱਚ ਅਤੇ ਗਾਜ਼ਾ ਅਤੇ ਲੈਬਨਾਨੀ ਸਰਹੱਦੀ ਪਿੰਡਾਂ ਵਿੱਚ ਫਲਸਤੀਨੀਆਂ ਅਤੇ ਸਾਡੇ ਲੋਕਾਂ ਨਾਲ ਏਕਤਾ ਵਿੱਚ ਬੰਦ ਕਰਨ ਦਾ ਐਲਾਨ ਕੀਤਾ। 7 ਅਕਤੂਬਰ ਨੂੰ ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਲੈਬਨਾਨ ਇਜ਼ਰਾਈਲ ਸਰਹੱਦ ਤੇ ਲਗਾਤਾਰ ਝੜਪਾਂ ਦੇ ਵਿਚਕਾਰ ਇਹ ਵਿਕਾਸ ਹੋਇਆ ਹੈ। ਸੋਮਵਾਰ ਨੂੰ ਇਜ਼ਰਾਈਲ ਡਿਫੈਂਸ ਫੋਰਸਿਸ ਨੇ ਕਿਹਾ ਕਿ ਉਹਨਾਂ ਨੇ ਲੈਬਨਾਨ ਤੋਂ ਯਹੂਦੀ ਰਾਸ਼ਟਰ ਵੱਲ ਕਈ ਲਾਂਚਾਂ ਦੀ ਪਛਾਣ ਕੀਤੀ ਹੈ। IDF ਨੇ ਕਿਹਾ ਕਿ ਇਹ ਸਰੋਤਾਂ ਤੇ ਹਮਲਾ ਕਰ ਰਿਹਾ ਸੀ। ਐਤਵਾਰ ਨੂੰ ਸਰਹੱਦ ਤੇ ਹਿਜ਼ਬੁੱਲਾ ਅਤੇ ਇਜ਼ਰਾਈਲੀ ਫੌਜ ਵਿਚਾਲੇ ਹੋਏ ਟਕਰਾਅ 'ਚ 2 ਲੈਬਨਾਨੀ ਨਾਗਰਿਕ ਅਤੇ 6 ਇਜ਼ਰਾਈਲੀ ਫੌਜੀ ਜ਼ਖਮੀ ਹੋ ਗਏ ਸਨ। ਗਾਜ਼ਾ ਪੱਟੀ ਵਿੱਚ ਫਲਸਤੀਨੀ ਲੋਕਾਂ ਦੇ ਸਮਰਥਨ ਵਿੱਚ ਇਸਲਾਮਿਕ ਪ੍ਰਤੀਰੋਧ ਦੇ ਲੜਾਕਿਆਂ ਨੇ ਅੱਜ ਯੇਰਾ ਬੈਰਕਾਂ ਦੇ ਦੱਖਣ ਵਿੱਚ ਇਜ਼ਰਾਈਲੀ ਫੌਜ ਦੇ ਇੱਕ ਹੈੱਡਕੁਆਰਟਰ ਤੇ ਡਰੋਨ ਨਾਲ ਹਮਲਾ ਕੀਤਾ, ਜਿਸ ਨਾਲ ਇਸ ਦੇ ਸੈਨਿਕਾਂ ਵਿੱਚ ਕਈ ਜ਼ਖਮੀ ਹੋਏ। ਐਤਵਾਰ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, ਇਸ ਦੌਰਾਨ ਇਜ਼ਰਾਈਲੀ ਮੀਡੀਆ ਨੇ ਦੱਸਿਆ ਕਿ ਪੱਛਮੀ ਗੈਲੀਲੀ ਵਿੱਚ ਇੱਕ ਬੇਸ ਉੱਤੇ ਹਿਜ਼ਬੁੱਲਾ ਡਰੋਨ ਹਮਲੇ ਵਿੱਚ 2 IDF ਸੈਨਿਕ ਮਾਮੂਲੀ ਰੂਪ ਵਿੱਚ ਜ਼ਖਮੀ ਹੋਏ ਸਨ ਅਤੇ 4 ਹੋਰ ਲੋਕ ਸ਼ਰਾਪਨਲ ਅਤੇ ਧੂਏ ਦੇ ਸਾਹ ਰਾਹੀਂ ਹਲਕੇ ਰੂਪ ਵਿੱਚ ਜ਼ਖਮੀ ਹੋ ਗਏ ਸਨ। ਲੈਬਨਾਨੀ ਫੌਜੀ ਸੂਤਰਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਦੇਸ਼ ਦੇ ਦੱਖਣੀ ਹਿੱਸੇ ਦੇ ਕਈ ਪਿੰਡਾਂ ਤੇ ਕਸਬਿਆਂ ਤੇ 11 ਹਵਾਈ ਹਮਲੇ ਕੀਤੇ, ਜਿਸ ਨਾਲ 2 ਨਾਗਰਿਕ ਜ਼ਖਮੀ ਹੋ ਗਏ, 4 ਘਰ ਤਬਾਹ ਹੋ ਗਏ ਅਤੇ 22 ਹੋਰਨਾਂ ਨੂੰ ਨੁਕਸਾਨ ਪਹੁੰਚਿਆ ਹੈ। ਵਿਸ਼ਵ ਸਿਹਤ ਸੰਗਠਨ WHO ਦੇ ਡਾਇਰੈਕਟਰ ਜਨਰਲ ਟੈਡਰੋਸ ਐਡਾਨੋਮ ਨੇ ਕਿਹਾ ਕਿ ਗਾਜ਼ਾ ਦੀ ਸਿਹਤ ਪ੍ਰਣਾਲੀ ਆਪਣੇ ਗੋਡਿਆਂ ਤੇ ਹੈ ਅਤੇ ਢਹਿ ਢੇਰੀ ਹੋ ਰਹੀ ਹੈ। ਉਹਨਾਂ ਕਿਹਾ ਕਿ ਸਿਹਤ ਤੇ ਇਜ਼ਰਾਈਲ ਹਮਾਸ ਯੁੱਧ ਦਾ ਪ੍ਰਭਾਵ ਵਿਨਾਸ਼ਕਾਰੀ ਹੈ। ਚੋਟੀ ਦੇ ਅਧਿਕਾਰੀ ਨੇ ਐਤਵਾਰ ਨੂੰ ਇਹ ਟਿੱਪਣੀ WHO ਦੇ ਕਾਰਜਕਾਰੀ ਬੋਰਡ ਦੁਆਰਾ ਗਾਜ਼ਾ ਪੱਟੀ ਤੱਕ ਤੁਰੰਤ ਅਤੇ ਬੇਰੋਕ ਮਾਨਵਤਾਵਾਦੀ ਸਹਾਇਤਾ ਪਹੁੰਚ ਦੀ ਅਪੀਲ ਕਰਨ ਵਾਲੇ ਇੱਕ ਮਤੇ ਨੂੰ ਅਪਣਾਉਣ ਤੋਂ ਬਾਅਦ ਕੀਤੀ। 117 ਮੈਂਬਰ ਦੇਸ਼ਾਂ ਦੀ ਬੇਨਤੀ ਤੇ ਕਾਰਜਕਾਰੀ ਬੋਰਡ ਨੇ ਪੂਰਬੀ ਯਰੂਸ਼ਲਮ ਸਮੇਤ
ਕਬਜ਼ੇ ਵਾਲੇ ਫਲਸਤੀਨੀ ਖੇਤਰ ਵਿੱਚ ਸਿਹਤ ਸਥਿਤੀਆਂ ਤੇ ਚਰਚਾ ਕਰਨ ਲਈ ਜਿਨੀਵਾ ਵਿੱਚ WHO ਦੇ ਹੈੱਡਕੁਆਰਟਰ ਵਿਖੇ ਇੱਕ ਵਿਸ਼ੇਸ਼ ਸੈਸ਼ਨ ਬੁਲਾਇਆ। WHO ਅਨੁਸਾਰ ਅਸਲ 36 ਵਿੱਚੋਂ ਸਿਰਫ 14 ਹਸਪਤਾਲ ਅੰਸ਼ਕ ਤੌਰ ਤੇ ਕੰਮ ਕਰ ਰਹੇ ਨੇ, ਜੇ ਇਸ ਵਿੱਚ 2 ਵਾਦੀ ਗਾਜ਼ਾ ਦੇ ਉੱਤਰ ਵਿੱਚ ਅਤੇ 12 ਦੱਖਣ ਵਿੱਚ ਨੇ। ਇਜ਼ਰਾਈਲ ਤੇ ਹਮਾਸ ਦੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਅਤੇ 1200 ਤੋਂ ਵੱਧ ਜਾਨਾਂ ਦੇ ਨੁਕਸਾਨ ਤੇ ਦੁੱਖ ਪ੍ਰਗਟ ਕਰਦੇ ਹੋਏ WHO ਦੇ ਮੁਖੀ ਨੇ ਕਿਹਾ ਕਿ ਗਾਜ਼ਾ ਵਿੱਚ 7000 ਬੱਚਿਆਂ ਸਮੇਤ ਲਗਭਗ 18000 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। 49230 ਤੋਂ ਵੱਧ ਸੱਟਾਂ ਦੀ ਰਿਪੋਰਟ ਕੀਤੀ ਗਈ ਹੈ ਅਤੇ 1.9 ਮਿਲੀਅਨ ਲੋਕ ਬੇਘਰ ਹੋ ਗਏ ਨੇ। ਗਾਜ਼ਾ ਪੱਟੀ ਦੀ ਲਗਭਗ ਪੂਰੀ ਆਬਾਦੀ ਹੁਣ ਤੱਕ ਘੱਟੋ-ਘੱਟ 286 ਸਿਹਤ ਕਰਮਚਾਰੀ ਮਾਰੇ ਗਏ ਨੇ ਅਤੇ ਭਿਆਨਕ ਦੁਸ਼ਮਣੀ ਦੇ ਵਿਚਕਾਰ 57 ਐਂਬੂਲੈਂਸਾਂ ਨੂੰ ਨੁਕਸਾਨ ਪਹੁੰਚਿਆ ਹੈ। ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਸਿਹਤ ਸੰਭਾਲ ਸਹੂਲਤਾਂ ਨੂੰ ਸੰਘਰਸ਼ਾਂ ਦੌਰਾਨ ਸੁਰੱਖਿਆ ਲਈ ਮਨੋਨੀਤ ਕੀਤਾ ਗਿਆ ਹੈ। ਹਾਲਾਂਕਿ ਟੈਡਰੋਸ ਨੇ ਕਿਹਾ ਕਿ 7 ਅਕਤੂਬਰ ਨੂੰ ਜੰਗ ਸ਼ੁਰੂ ਹੋਣ ਤੋਂ ਬਾਅਦ WHO ਨੇ ਗਾਜ਼ਾ ਅਤੇ ਪੱਛਮੀ ਬੈਂਕ ਵਿੱਚ ਸਿਹਤ ਸੰਭਾਲ ਸਹੂਲਤਾਂ ਤੇ 449 ਤੋਂ ਵੱਧ ਹਮਲਿਆਂ ਅਤੇ ਇਜ਼ਰਾਈਲ ਵਿੱਚ ਸਿਹਤ ਸੰਭਾਲ ਸਹੂਲਤਾਂ 60 ਹਮਲਿਆਂ ਦੀ ਪੁਸ਼ਟੀ ਕੀਤੀ ਹੈ। WHO ਦੇ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਗਾਜ਼ਾ ਵਿੱਚ ਲੋਕਾਂ ਦੀ ਸਿਹਤ ਦੀ ਸੁਰੱਖਿਆ ਅਤੇ ਸੁਧਾਰ ਲਈ ਜੰਗਬੰਦੀ ਮਹੱਤਵਪੂਰਨ ਹੈ। ਸੰਯੁਕਤ ਰਾਸ਼ਟਰ ਮਹਾਸਭਾ ਗਾਜ਼ਾ ਦੀ ਸਥਿਤੀ ਤੇ ਚਰਚਾ ਕਰਨ ਲਈ ਮੰਗਲਵਾਰ ਨੂੰ ਇੱਕ ਐਮਰਜੈਂਸੀ ਮੀਟਿੰਗ ਕਰੇਗੀ, ਇੱਕ ਉੱਚ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਡੈਨਿਸ ਫ੍ਰਾਂਸਿਸ ਨੇ ਹੁਣੇ ਹੀ ਮੈਂਬਰ ਦੇਸ਼ਾਂ ਨੂੰ ਸੂਚਿਤ ਕੀਤਾ ਹੈ ਕਿ ਉਹ ਮੰਗਲਵਾਰ 12 ਦਸੰਬਰ ਨੂੰ ਜਨਰਲ ਅਸੈਂਬਲੀ ਦੇ 10ਵੇਂ ਐਮਰਜੈਂਸੀ ਵਿਸ਼ੇਸ਼ ਸੈਸ਼ਨ ਦੀ 45ਵੀਂ ਪੂਰੀ ਬੈਠਕ ਬੁਲਾਏਗਾ। ਫ੍ਰਾਂਸਿਸ ਦੀ ਬੁਲਾਰਾ ਮੋਨਿਕਾ ਗ੍ਰੇਲੇ ਨੇ ਐਤਵਾਰ ਦੇਰ ਰਾਤ ਇਹ ਗੱਲ ਆਖੀ ਹੈ। ਮਿਸਰ ਅਤੇ ਮੌਰੀਤਾਨੀਆ ਨੇ UNGA ਦੇ ਪ੍ਰਧਾਨ ਨੂੰ ਆਪਣੇ ਪੱਤਰ ਵਿੱਚ ਜਨਰਲ ਅਸੈਂਬਲੀ ਦੇ ਮਤੇ 377 ਸ਼ਾਂਤੀ ਲਈ ਇਕਜੁੱਟ ਦਾ ਹਵਾਲਾ ਦਿੰਦੇ ਹੋਏ ਰਸਮੀ ਤੌਰ ਤੇ ਇੱਕ ਮੀਟਿੰਗ ਦੀ ਬੇਨਤੀ ਕੀਤੀ। ਸ਼ਾਂਤੀ ਲਈ ਇਕਜੁੱਟ ਮਤਾ ਅਸੈਂਬਲੀ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਦੇ ਮਾਮਲਿਆਂ ਨੂੰ ਉਠਾਉਣ ਦੀ ਸ਼ਕਤੀ ਦਿੰਦਾ ਹੈ। ਜਦੋਂ ਸੁਰੱਖਿਆ ਪਰਿਸ਼ਦ ਆਪਣੇ 5 ਸਥਾਈ ਮੈਂਬਰਾਂ, ਜਿਨ੍ਹਾਂ ਕੋਲ ਵੀਟੋ ਪਾਵਰ ਹੈ, ਵਿੱਚ ਸਰਬਸੰਮਤੀ ਕਾਰਨ ਕੰਮ ਕਰਨ ਵਿੱਚ ਅਸਮਰਥ ਹੁੰਦੀ ਹੈ। 8 ਦਸੰਬਰ ਨੂੰ ਅਮਰੀਕਾ ਦੁਆਰਾ ਗਾਜ਼ਾਬੰਦੀ ਤੇ ਸੁਰੱਖਿਆ ਪਰਿਸ਼ਦ ਦੇ ਖਰੜੇ ਦੇ ਮਤੇ ਨੂੰ ਵੀਟੋ ਕੀਤੇ ਜਾਣ ਤੋਂ ਬਾਅਦ ਇਸ ਪੱਤਰ ਵਿੱਚ ਅਜਿਹੀ ਬੈਠਕ ਆਯੋਜਿਤ ਕਰਨ ਦੀ ਜ਼ਰੂਰਤ ਨੂੰ ਉਜਾਗਰ ਕੀਤਾ ਗਿਆ ਸੀ। ਸੰਯੁਕਤ ਅਰਬ ਅਮੀਰਾਤ ਦੁਆਰਾ ਤਿਆਰ ਕੀਤਾ ਗਿਆ ਅਤੇ ਲਗਭਗ 100 ਦੇਸ਼ਾਂ ਦੁਆਰਾ ਸਮਰਥਨ ਪ੍ਰਾਪਤ ਮਤਾ ਗਾਜ਼ਾ ਪੱਟੀ ਵਿੱਚ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਕਰਦਾ ਹੈ। ਸੁਰੱਖਿਆ ਪਰਿਸ਼ਦ ਦੇ 15 ਵਿੱਚੋਂ 13 ਮੈਂਬਰਾਂ ਨੇ ਪੱਖ ਵਿੱਚ ਵੋਟ ਦਿੱਤਾ, ਜਦੋਂ ਕਿ UK ਬਰਤਾਨੀਆ ਨੇ ਇਸ ਦੇ ਵਿਰੋਧ ਵਿੱਚ ਵੋਟ ਕੀਤਾ। ਤੇ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਰਚਨਾ ਸੇਵਕ ਨੂੰ ਦੇ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ TV ਪੰਜਾਬ।